देश दुनिया च वसते पंजाबियों को खुशामदीद। मैं हरजिंदर सिंह रंधावा, तुसीं देख रहे हो पंजाब टैलीविजन और मेरे नाल ने सरदार केसी सिंह, भारत के साबका सफीर। केसी सिंह सिख और बाकी मानसिकता को बहुत बेहतर जानते हैं। देश के सारे मसलियां ते इन्हां दी पकड़ मजबूत आ। एक घटनाक्रम जिहदे विच सिख और केंद्र आमने सामने ने। श्री अकाल तख्त साहब के जथेदार सख्त नाराज ने, प्रधान श्रोमणी कमेटी सख्त आलोचना कर रहे हैं केंद्र की, और अकाली लीडरशिप भी सामने खड़ी है। लेकिन सब तो बड़ा सरदार साहब सवाल है, पहला तो मैं तुहानूं जी आया आखदा कि इस वेले जदों केंद्र और बॉर्डर्स ते बैठे बहुत सारे लोग दस्तारधारी, हालांकि किसानी का अंदोलन है, लेकिन इहदा नैरेटिव, इहदा बरतांत इंज दा बनाता गया कि जिवें इह सिख बनाम केंद्र है। ਉਹਦੇ ਹੁਣ ਨਤੀਜੇ ਜਦੋਂ ਸਾਹਮਣੇ ਆਉਣ ਲੱਗੇ ਆ, ਇਹਨੂੰ ਕਿਸ ਨਜ਼ਰੀਏ ਤੋਂ ਲਓਗੇ? ਗੱਲ ਤੁਰ ਕਿੱਧਰ ਪਈ? ਇੱਧਰ ਜਾਣ ਦੀ, ਇੱਧਰ ਲੈ ਜਾਣ ਦੀ ਜ਼ਰੂਰਤ ਸੀਗੀ ਇਹਨੂੰ? ਦੇਖੋ, ਇਹਨਾਂ ਦੀ ਕੋਸ਼ਿਸ਼ ਸ਼ੁਰੂ ਤੋਂ ਇਹ ਰਹੀ ਹੈ ਕਿ ਇਹਨੂੰ ਪੰਜਾਬ ਤਾਈਂ ਇਹਨੂੰ ਰੋਕ ਕੇ ਰੱਖੀਏ, ਇਹ ਮੁੱਦਾ ਬਣਾਈਏ ਪੰਜਾਬ ਦਾ ਹੈਗਾ। ਔਰ ਫਿਰ ਪੰਜਾਬ 'ਚ ਕਿਸਾਨ ਕਿਉਂਕਿ ਜ਼ਿਆਦਾ ਸਿੱਖ ਨੇ, ਸੋ ਇਹ ਸਿੱਖਾਂ ਦਾ ਮੁੱਦਾ ਹੈ, ਔਰ ਇਸ ਕਰਕੇ ਉਹ ਫਿਰ ਉਹਨੂੰ ਨਕਾਰ ਦਾਂਗੇ ਤੇ ਉਹ ਇਹ ਹੋ ਜਾਏਗਾ ਬਾਕੀ ਦੀ ਜਿਹੜੀ ਕਮਿਊਨਿਟੀ ਆ ਉਹ ਨਾਲ ਨਹੀਂ ਮਿਲੇਗੀ। ਉਹ ਫਿਰ ਜਦ ਤਕੇਤ ਭਰਾ ਜਦ ਇਹਦੇ 'ਚ ਆ ਗਏ, ਉਹਦੇ ਬਾਅਦ ਇਹ ਮੁੱਦੇ ਦੀ ਜਿਹੜੀ ਲੀਡਰਸ਼ਿਪ ਹੈ ਉਹ ਤਕੇਤਾਂ ਦੇ ਹੱਥ 'ਚ, ਨੌਨ ਸਿੱਖਾਂ ਦੇ ਹੱਥ ਵਿੱਚ ਸਾਂਝੀ ਹੋ ਗਈ। ਸਾਡੇ ਵੀ ਹੈਗੇ ਆ BKU ਦੇ ਲੀਡਰ, ਨਾਲ ਦੀ ਨਾਲ ਰੋਜ਼ ਰੈਲੀਆਂ ਜਿਹੜੀਆਂ ਚੱਲ ਰਹੀਆਂ। ਫਿਰ ਸਚਿਨ ਪਾਇਲਟ ਦੀ ਅੱਜ ਇੰਨੀ ਵੱਡੀ ਰੈਲੀ ਸੀ ਰਾਜਸਥਾਨ 'ਚ। ਫਿਰ ਜਯੰਤ ਸਿੰਘ, ਅਜੀਤ ਸਿੰਘ ਉਹਨਾਂ ਦਾ ਬੇਟਾ, ਉਹ 8-10 ਰੈਲੀਜ਼ ਕਰ ਚੁੱਕੇ ਆ। ਭਰੀ ਉਹਨਾਂ ਨੂੰ ਉੱਥੇ ਸੰਗਤ ਮਿਲਦੀ ਹੈ ਜਿੱਥੇ ਵੀ ਜਾਂਦੇ ਆ। ਉਧਰ ਪ੍ਰਿਯੰਕਾ ਗਾਂਧੀ ਨੇ ਵੀ 1-2 ਫਾਰਮਰਸ ਦੀਆਂ ਰੈਲੀਜ਼ ਕੀਤੀਆਂ। ਸੋ ਇਸ ਕਰਕੇ ਇਹ ਜਿਹੜੀ ਹੁਣ ਕਿਸਾਨਾਂ ਦਾ ਮੁੱਦਾ ਹੈ, ਇਹ ਸਿਰਫ ਸਿੱਖਾਂ ਦਾ ਤਾਂ ਹੈ ਨਹੀਂ। ਇਹ ਹੁਣ ਉਹਨੂੰ ਸਿੱਧੂ ਨੂੰ ਚੱਕ ਕੇ ਲਾਲ ਕਿਲੇ ਨੂੰ ਲੈ ਕੇ ਇਹਨੂੰ ਬਾਰ-ਬਾਰ ਲਪੇਟ ਕੇ ਵਾਪਸ ਉਧਰ ਨੂੰ ਹੀ ਲਿਜਾਣਾ ਚਾਹੁੰਦੇ ਆ, ਜਦਕਿ ਉਹ ਗੱਲ ਇਹਨਾਂ ਨੂੰ ਛੱਡ ਦੇਣੀ ਚਾਹੀਦੀ ਹੈ। ਉਹਦੇ ਨਾਲ ਹੀ ਰਿਲੇਟਡ ਆਉਂਦੀ ਗੱਲ ਜੱਥੇ ਦੀ। ਹੁਣ ਜੱਥੇ ਦੀ ਜਿਹੜੇ ਇਹਨਾਂ ਨੇ ਲਾਸਟ ਮਿੰਟ ਅਖੀਰਲੇ ਮੌਕੇ ਤੇ ਜਾ ਕੇ ਕਹਿ ਦਿੱਤਾ ਜੀ ਤੁਸੀਂ ਨਹੀਂ ਜਾ ਸਕਦੇ, ਉਹਦੇ 2 ਕਾਰਨ ਦਿੱਤੇ ਹੈ। ਇੱਕ ਤਾਂ ਜੀ ਤੁਸੀਂ ਉੱਥੇ ਤੁਹਾਡੀ ਸੁਰੱਖਿਆ ਜਿਹੜੀ ਹੈਗੀ ਹੈ ਉਹ ਠੀਕ ਨਹੀਂ ਰਹਿਣੀ ਪਾਕਿਸਤਾਨ ਦੇ ਵਿੱਚ, ਔਰ ਦੂਜਾ ਗੱਲ ਇਹਨਾਂ ਨੇ ਰੱਖੀ ਹੈ ਕੋਵਿਡ ਦੀ। ਹੁਣ ਦੋਨੋਂ ਮੁੱਦਿਆਂ ਨੂੰ ਆਪਾਂ ਲਈਏ। ਪਹਿਲਾ ਮੁੱਦਾ ਤਾਂ ਇਹ ਹੋ ਸਕਦਾ ਸੀ, ਇਹ ਕਹਿ ਸਕਦੇ ਸੀਗੇ ਕਿ ਤੁਸੀਂ 500 ਬੰਦੇ ਨਾ ਜਾਓ, ਤੁਸੀਂ 100-150 ਚਲੇ ਜਾਓ। ਆਪਣੇ ਹਾਈ ਕਮਿਸ਼ਨ ਨੂੰ ਪਾਕਿਸਤਾਨ 'ਚ ਕਹਿੰਦੇ ਤੁਸੀਂ ਉਹਨਾਂ ਨਾਲ ਸਲਾਹ ਕਰ ਲਓ ਕਿ ਉਹ ਇਹ ਪਾਕਿਸਤਾਨ ਸਰਕਾਰ ਤਾਂ ਨਹੀਂ ਕਹੇਗੀ ਅਸੀਂ ਇਹਨਾਂ ਦੀ ਸੁਰੱਖਿਆ ਨਹੀਂ ਕਰਾਂਗੇ। ਉਹਨਾਂ ਦੀ ਬੇਇੱਜ਼ਤੀ ਹੁੰਦੀ ਹੈ ਇਸ ਗੱਲ 'ਚ। ਉਹ ਤਾਂ ਕਹਿਣਗੇ ਅਸੀਂ ਸੁਰੱਖਿਆ ਰੱਖਾਂਗੇ, ਇਹਨਾਂ ਦੀ ਸੁਰੱਖਿਆ ਕਿੰਨੇ ਬੰਦਿਆਂ ਦੀ ਤੁਸੀਂ ਰੱਖ ਸਕਦੇ ਹੋ, ਉਹਨਾਂ ਨਾਲ ਗੱਲ ਕਰ ਸਕਦੇ ਸੀ। ਦੂਜੀ ਗੱਲ ਹੈ, ਜੇ ਹਿੰਦੁਸਤਾਨ ਦਾ ਇਹ ਕਹਿਣਾ ਹੈ ਕਿ ਪਾਕਿਸਤਾਨ ਖਾਲਿਸਤਾਨ ਬਣਾਉਣਾ ਚਾਹੁੰਦਾ ਹੈ ਹਿੰਦੁਸਤਾਨ ਦੇ ਵਿੱਚ, ਔਰ ਉਹ ਜਿਹੜੇ ਖਾਲਿਸਤਾਨੀ ਬਾਹਰ ਨੇ ਉਹਨਾਂ ਦੇ ਨਾਲ ਵੀ ਇਹਨਾਂ ਦੀ ਸਾਂਝ ਹੈ, ਫਿਰ ਪਾਕਿਸਤਾਨ ਗਏ ਸਿੱਖਾਂ ਤੇ ਕਿਉਂ ਅਤਿਆਚਾਰ ਕਰੇਗਾ? ਔਰ ਅਸੀਂ ਇਹ ਕਹਿੰਦੇ ਹਾਂ ਕਿ ਜਿੰਨੇ ਉੱਥੋਂ ਦੇ ਆਤੰਕਵਾਦੀ ਹੈ ਉਹ ਪਾਕਿਸਤਾਨ ਦੇ ਕੰਟਰੋਲ 'ਚ ਨੇ। ਉਹ ਜੇ ਉਹਨਾਂ ਦੇ ਕੰਟਰੋਲ 'ਚ ਨੇ, ਉਹ ਆਪਣੇ ਕੁੱਤੇ ਕਿਉਂ ਛੱਡਣਗੇ ਸਿੱਖਾਂ ਤੇ ਜੇ ਉਹਨਾਂ ਨੇ ਖਾਲਿਸਤਾਨ ਬਣਾਉਣਾ ਹੈ? ਸੋ ਇਸ ਚੀਜ਼ ਦੇ ਵਿੱਚ ਕੰਟਰਡਿਕਸ਼ਨ ਆ ਜਾਂਦੀ ਹੈ ਵੀ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਕਿ ਉੱਥੋਂ ਦੀ ਸਰਕਾਰ ਬਣਾਉਣਾ ਚਾਹੁੰਦੀ ਹੈ, ਉਹ ਤਾਂ ਹਾਰ ਲੈ ਕੇ ਖੜੇ ਹੋਣਗੇ ਅੱਗੇ ਇਹਨਾਂ ਨੂੰ ਜੇ ਉਹ ਖਾਲਿਸਤਾਨ ਬਣਾਉਣਾ ਚਾਹੁੰਦੇ ਹੈ। 100ਵੀਂ ਸ਼ਤਾਬਦੀ ਹੈ ਨਨਕਾਣਾ ਸਾਹਿਬ ਨੂੰ ਆਜ਼ਾਦ ਕਰਾਉਣ ਦੀ, ਇਹ ਅਹਿਮ ਮੌਕਾ ਸੀਗਾ। ਇਹਦੇ ਵਿੱਚ ਤੁਸੀਂ ਸਿੱਖਾਂ ਨੂੰ ਇੱਕ ਸਿਗਨਲ ਭੇਜ ਸਕਦੇ ਸੀ ਕਿ ਇਹ ਸਾਡੀ ਲੜਾਈ ਸਿੱਖਾਂ ਨਾਲ ਨਹੀਂ ਹੈ, ਸਾਡੀ ਮੁੱਦੇ ਤੇ ਕਿਸਾਨਾਂ ਨਾਲ ਲੜਾਈ, ਕਿਸਾਨਾਂ ਨਾਲ ਵੀ ਨਹੀਂ, ਮਤਭੇਦ ਹੈ ਸਾਡਾ ਕਿਸਾਨਾਂ ਨਾਲ। ਸਿੱਖਾਂ ਨਾਲ ਮਤਭੇਦ ਕੀ ਹੈ? ਉਹ ਹੁਣ ਇਹ ਦੋਨੋਂ ਚੀਜ਼ਾਂ ਪਤਾ ਨਹੀਂ ਇਹ ਚਾਹੁੰਦੇ ਸੀ ਜੋੜਨੀਆਂ ਜਾਂ ਨਹੀਂ ਚਾਹੁੰਦੇ, ਇਹ ਆਣਗੀਆਂ ਉੱਥੇ। ਸੋ ਇਸ ਕਰਕੇ ਦੋਨੋਂ ਚੀਜ਼ਾਂ। ਫਿਰ ਗੱਲ ਆਈ ਪੈਂਡੈਮਿਕ ਦੀ ਕਿ ਜੀ ਕੋਵਿਡ ਹੋ ਜਾਊਗਾ, ਤੁਸੀਂ ਫਲਾਈਟਾਂ ਬੰਦ ਕਰਤੀਆਂ ਜਿਹੜੀਆਂ ਬਾਹਰਲੇ ਦੇਸ਼ਾਂ ਤੋਂ ਆ ਰਹੀਆਂ। ਉਹਦੇ 'ਚ ਤੁਸੀਂ ਇਹ ਕਹਿ ਸਕਦੇ ਸੀਗੇ ਭਾਈ ਅਸੀਂ ਟੈਸਟ ਕਰਾਂਗੇ ਜਦ ਬੰਦੇ ਆਉਣਗੇ, ਬੰਦਿਆਂ ਨੂੰ ਕਹਿ ਸਕਦੇ ਹਾਂ ਤੁਹਾਨੂੰ ਅਸੀਂ ਕੁਆਰੰਟੀਨ ਕਰਾਂਗੇ 10 ਦਿਨ ਲਈ। ਉਹੀ ਕਰ ਰਹੇ ਹੋ ਨਾ ਜਿਹੜੇ ਵਲਾਇਤ ਤੋਂ ਆ ਰਹੇ ਆ, ਉਹਨਾਂ ਨੂੰ ਕੋਈ ਗੋਲੀ ਤਾਂ ਨਹੀਂ ਮਾਰ ਰਹੇ, ਅਸੀਂ ਜਹਾਜ਼ ਵੀ ਨਹੀਂ ਬੰਦ ਕੀਤੇ। ਤੁਸੀਂ ਉਹਦੇ 'ਚ ਕੰਡੀਸ਼ਨਾਂ, ਸ਼ਰਤਾਂ ਲਾ ਸਕਦੇ ਸੀ ਕਿ ਇੱਥੋਂ ਤੁਸੀਂ ਪਹਿਲਾਂ ਟੈਸਟ ਕਰਾ ਕੇ ਜਾਓ, ਉਧਰੋਂ ਆਉਣ ਤੋਂ ਪਹਿਲਾਂ ਟੈਸਟ ਕਰਾ ਕੇ ਆਓ, ਜੇ ਨਹੀਂ ਵੀ ਕਰਦੇ ਅਸੀਂ ਬਾਰਡਰ ਤੇ ਟੈਸਟ ਕਰਾਂਗੇ ਜਿਵੇਂ ਏਅਰਪੋਰਟ ਤੇ ਕਰ ਰਹੇ ਨੇ। ਜਿਹਦਾ ਤਾਂ ਨੈਗੇਟਿਵ ਨਿਕਲਿਆ ਉਹਨੂੰ ਘਰ ਭੇਜ ਦਾਂਗੇ, ਉਹ ਤਾਂ ਵੀ 7 ਦਿਨ ਕਿਧਰੇ ਨਾ ਜਾਵੇ ਘਰੋਂ, ਜਾਂ 4 ਦਿਨ ਨਾ ਜਾਵੇ। ਜਿਹਦਾ ਪੋਜ਼ਿਟਿਵ ਹੈਗਾ ਉਹਨੂੰ ਤੁਸੀਂ ਕੁਆਰੰਟੀਨ ਕਰ ਲਓ ਅੰਮ੍ਰਿਤਸਰ 'ਚ। ਸੋ ਇਹ ਤਾਂ ਸੀਗਾ ਜੇ ਇਹਨਾਂ ਦੀ ਸਲਾਹ ਹੁੰਦੀ, ਰੋਂਡੀ ਪਾਉਣ ਦੀ ਸਲਾਹ ਨਾ ਹੁੰਦੀ, ਇਹਨਾਂ ਦੇ ਮੁੱਦਾ ਨੂੰ ਸੁਲਝਾਉਣ ਦੀ ਸਲਾਹ ਹੁੰਦੀ। ਸੋ ਇਸ ਕਰਕੇ ਸਿੱਖਾਂ ਦੇ ਜਿਹੜੇ ਲੀਡਰ ਨੇ, ਜਥੇਦਾਰ ਸਾਹਿਬ ਨੇ, ਉਹਨਾਂ ਨੂੰ ਇਹ 2-3 ਚੀਜ਼ਾਂ ਕਹਿਣੀਆਂ ਚਾਹੀਦੀਆਂ। ਕਹਿਣ ਦੀ ਸੁਰੱਖਿਆ ਦੀ ਗੱਲ ਹੈ
ਤਾਂ ਤੁਸੀਂ ਪਾਕਿਸਤਾਨ ਨਾਲ ਗੱਲ ਕਰੋ। ਜੀ ਉਹ ਰੱਖਣਗੇ ਨਹੀਂ ਰੱਖਣਗੇ, ਅਸੀਂ ਇਸ ਗੱਲ ਤੇ ਜਾ ਕੇ ਤਿਆਰ ਹਾਂ ਕਿ ਸਾਡੀ ਜਾਨ ਜੇ ਖਤਰੇ 'ਚ ਹੈ, ਤੁਹਾਨੂੰ ਇਹਦੇ 'ਚ ਕੀ ਪਰਵਾਹ ਹੈ। ਜੀ ਦੂਜੀ ਗੱਲ ਇਹ ਹੈ ਕਿ ਤੁਸੀਂ ਇੱਥੇ ਲਗਾ ਲਓ, ਡਾਕਟਰਾਂ ਦੀ ਡਿਊਟੀ ਲਾ ਲਓ, ਜਦ ਬੰਦੇ ਵਾਪਸ ਆਣਗੇ ਉਹਨਾਂ ਨੂੰ ਟੈਸਟ ਕਰ ਲਿਓ, ਜਿਵੇਂ ਤੁਸੀਂ ਹਵਾਈ ਅੱਡਿਆਂ ਤੇ ਕਰ ਰਹੇ ਹੋ। ਸੋ ਉਹਦੇ 'ਚ ਫਰਕ ਕੀ ਹੋਊਗਾ। ਇਹ ਚੀਜ਼ ਜੇ ਸੈਂਟਰ ਨੂੰ ਕਹਿੰਦੇ ਆ, ਫਿਰ ਸੈਂਟਰ ਦੇਵੇ ਇਹਦਾ ਜਵਾਬ। ਕੀ ਜਵਾਬ ਦਿੰਦਾ ਹੈ ਕਿ ਇਹ ਮੁੱਦਿਆਂ ਕਰਕੇ ਰੋਕਿਆ ਜਾਂ ਕੋਈ ਹੋਰ ਮੁੱਦਾ ਹੈ। ਨਹੀਂ ਸਰਦਾਰ ਸਾਹਿਬ, ਮੈਨੂੰ ਕਿਉਂਕਿ ਤੁਸੀਂ ਕਿਤਾਬ ਨਾਲ ਜੁੜੇ ਹੋ, ਇਤਿਹਾਸ ਨਾਲ ਜੁੜੇ ਹੋ, ਤੁਸੀਂ ਲਿਖਦੇ ਵੀ ਹੋ, ਜਦੋਂ ਅਸੀਂ ਦੇਸ਼ ਦੀ ਆਜ਼ਾਦੀ ਦਾ ਸਮਾਂ ਵੇਖਦੇ ਹਾਂ ਤੇ ਸਭ ਤੋਂ ਵੱਧ ਪੰਜਾਬੀ ਕੌਮ ਨੇ ਜਾਂ ਬੰਗਾਲੀਆਂ ਨੇ ਭੁਗਤਿਆ, ਤੇ ਜਦੋਂ ਅਸੀਂ ਬਹੁਤ ਕੁਝ ਆਪਣਾ ਗਵਾਏ ਆ, ਬਹੁਤ ਕੁਝ ਛੱਡ ਆਏ ਆ, ਤੇ ਉਸ ਤੋਂ ਬਾਅਦ ਵੀ ਉਹ ਸਿਲਸਿਲਾ ਜਿਹੜਾ ਆਜ਼ਾਦੀ ਦੇ ਵਿੱਚ ਲੜਾਈ ਦੇ ਵਿੱਚ ਸਿਰ ਦੇਣ ਦਾ ਸੀ, ਉਹ ਬਾਅਦ ਦੇ ਵਿੱਚ ਜੰਗਾਂ 'ਚ ਵੀ ਦਿੱਤਾ। ਔਰ ਦੇਸ਼ ਦੀ ਏਕਤਾ ਅਖੰਡਤਾ ਲਈ ਸਿੱਖਾਂ ਨੇ ਕਦੇ ਵੀ ਕੋਈ ਕੁਰਬਾਨੀ ਦੇਣ ਤੋਂ ਪਿਛਾਂਹ ਨਹੀਂ ਹਟੇ। ਅੱਜ ਦੇ ਦਿਨ ਦੇ ਵਿੱਚ ਜੇ ਸਥਿਤੀ ਨੂੰ ਦੇਸ਼ ਦੇ ਸ਼ਾਸਕਾਂ ਨੇ ਨਿਹਾਰਨਾ ਹੋਵੇ ਕਿ ਇਤਿਹਾਸਕ ਦਿਨ 100ਵਾਂ ਸਾਲ ਹੈ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਦਾ, ਔਰ ਇਹ ਜਿਹੜਾ ਸ਼ਤਾਬਦੀ ਜਸ਼ਨ ਹੁੰਦੇ ਆ, ਇਹਦੇ ਵਿੱਚ ਸੈਂਟੀਮੈਂਟਸ ਬੜੇ ਜੁੜੇ ਹੁੰਦੇ, ਭਾਵਨਾਵਾਂ ਬੜੀਆਂ ਜੁੜੀਆਂ ਹੁੰਦੀਆਂ। ਦੂਜਾ ਪਹਿਲੂ ਇਹ ਆ ਕਿ ਜਦੋਂ ਸਾਰੀ ਪ੍ਰਕਿਰਿਆ ਹੁੰਦੀ ਹੈ, ਤੁਸੀਂ ਤਾਂ ਬਹੁਤ ਬਿਹਤਰ ਜਾਣਦੇ ਹੋਗੇ, ਮੈਨੂੰ ਸਮਝਾ ਵੀ ਦਿਓਗੇ ਕਿ ਜਦੋਂ ਕਿਸੇ ਦਾ ਵੀਜ਼ਾ ਲੱਗਦਾ ਹੈ ਉਦੋਂ ਗ੍ਰਹਿ ਮੰਤਰਾਲਾ ਵੀ ਉਹਦੀ ਵੈਰੀਫਿਕੇਸ਼ਨ ਕਰਦਾ ਹੈ, ਔਰ ਪੰਜਾਬ ਦੀ ਪੁਲਿਸ, ਜਿਹੜਾ ਪੰਜਾਬ ਦਾ ਗ੍ਰਹਿ ਮੰਤਰਾਲਾ, ਉਹਦੇ ਥੱਲੇ ਪੁਲਿਸ ਆਉਂਦੀ, ਉਹ ਵੀ ਉਹਦੀ ਵੈਰੀਫਿਕੇਸ਼ਨ ਕਰਦੇ। ਜਦੋਂ ਸਾਰੀਆਂ ਫਾਰਮੈਲਿਟੀਆਂ ਪੂਰੀਆਂ ਹੋ ਗਈਆਂ, ਉਸ ਤੋਂ ਬਾਅਦ ਇਹ ਜਿਹੜੇ ਦੋ ਕਾਰਨ ਆਏ ਆ, ਇਹ ਓਵਰਨਾਈਟ ਤਾਂ ਆਏ ਨਹੀਂ। ਪੈਂਡੈਮਿਕ ਜਿਹੜਾ ਵਾ ਕਰੋਨਾ ਮਸਲਾ ਤਾਂ ਬਹੁਤ ਪਹਿਲਾਂ। ਸੋ ਸਵਾਲ ਸਭ ਤੋਂ ਵੱਡਾ ਇਹ ਆ ਕਿ ਕੀ ਦੇਸ਼ ਦੇ ਸ਼ਾਸਕਾਂ ਨੂੰ ਸੈਂਟੀਮੈਂਟਸ ਨਾਲ ਜੁੜੀਆਂ ਚੀਜ਼ਾਂ ਕਿ ਇਹ 100ਵੇਂ ਸਾਲ ਤੇ ਇਸ ਜਥੇ ਨੂੰ ਰੋਕਣਾ। ਫਿਰ ਦੂਜੀ ਗੱਲ, ਜਥੇਦਾਰ ਅਕਾਲ ਤਖਤ ਅੱਜ ਪ੍ਰੈਸ ਕਾਨਫਰੰਸ ਕਰਦੇ, ਉਹ ਕਹਿੰਦੇ ਜੀ ਪ੍ਰਕਰਮਾਂ ਦੇ ਵਿੱਚ ਅਥਰੂਆਂ ਨਾਲ ਸ਼ਰਧਾਲੂਆਂ ਦਾ ਖਲੋਣਾ ਇਸ ਜਿਹੜੀ ਸ਼ਾਸਕ ਵਰਗ ਹੈਗਾ, ਜਿਹੜਾ ਸ਼ਾਸਕ ਵਰਗ ਹੈਗਾ, ਇਹਨੂੰ ਬਹੁਤ ਭਾਰੀ ਪਊਗਾ। ਇਹਨਾਂ ਨੂੰ ਤੇ ਉਹ ਤਾਂ ਲਗਭਗ ਕਹਿ ਰਹੇ ਆ ਕਿ ਇਹ ਗੁਨਾਹ ਵਰਗੀ ਫੀਲਿੰਗ ਹੈ, ਔਰ ਇਹਨਾਂ ਨੂੰ ਇਹਦਾ ਖਮਿਆਜਾ ਭੁਗਤਣਾ ਪਊਗਾ ਦਰਬਾਰ 'ਚ, ਗੁਰੂ ਘਰ ਦੇ ਵਿੱਚ। ਇਹ ਗੱਲ ਕਹਿ ਰਹੇ। ਦੇਖੋ, ਸਾਨੂੰ ਜਜ਼ਬਾਜ਼ੀ ਨਹੀਂ ਹੋਣਾ ਚਾਹੀਦਾ। ਅਸੀਂ ਸਿੱਖੇ ਕੀ ਹੈ, ਜਿਹੜੀਆਂ ਭੁੱਲਾਂ ਦੋਨੋਂ ਪਾਸਿਆਂ ਤੋਂ ਹੋਈਆਂ 1980 ਤੋਂ ਲਾ ਕੇ, ਉਹਦੇ 'ਚ ਇਹ ਹੈ ਕਿ ਜੇ ਜਜ਼ਬਾਜ਼ੀ ਹੋ ਕੇ ਗੱਲ ਕਰੋਗੇ ਫਿਰ ਤਾਂ ਤੁਸੀਂ ਦੂਸਰੇ ਦੇ ਹੱਥ 'ਚ ਖੇਲ ਜਾਓਗੇ। ਜੀ, ਖੇਲ ਇਹ ਹੈ ਕਿ ਤੁਸੀਂ ਹਿੰਦੂ ਤੇ ਸਿੱਖ ਇਹਨਾਂ ਨੂੰ ਕਿਵੇਂ ਵੰਡ ਕੇ ਰੱਖਣਾ। ਖੇਲ ਉਹੀ ਹੈ ਜਿਹੜਾ ਦਿੱਲੀ ਦੇ ਦਰਬਾਰ 'ਚ ਬੈਠਦਾ ਹੈ। ਪਹਿਲਾਂ ਕਾਂਗਰਸ ਬੈਠ ਕੇ ਉਹ ਖੇਡ ਖੇਲਦੀ ਸੀ, ਉਹੀ ਖੇਡ ਬੀਜੇਪੀ ਨੇ ਹੁਣ ਸ਼ੁਰੂ ਕਰ ਲਈ ਹੈ। ਤਾਂ ਹੀ ਅਕਾਲੀਆਂ ਨਾਲ ਨਾਤਾ ਤੋੜਤਾ। ਇਹ ਸਮਝਦੇ ਸੀ ਕਿਉਂਕਿ ਅਕਾਲੀ ਇਹਨਾਂ ਦੇ ਨਾਲ ਰਹੇ ਹੈ, ਇਹ ਸਿੱਖਾਂ ਦਾ ਦੁੱਖ ਦਰਦ ਜਾਣਦੇ ਨੇ, ਪਰ ਪੋਲਿਟਿਕਸ ਦੇ ਵਿੱਚ ਕੋਈ ਦੁੱਖ ਦਰਦ ਨਹੀਂ ਹੁੰਦਾ। ਇਸ ਵੇਲੇ ਉਹਨਾਂ ਨੂੰ ਭੀੜ ਪਈ ਹੈ ਕਿਸਾਨਾਂ ਦੀ, ਉਹ ਕਿਸਾਨਾਂ ਨੂੰ ਕਿਸੇ ਤਰੀਕੇ ਨਾਲ ਪਿੱਛੋਂ ਲਾਉਣ ਲਈ ਕੁਝ ਵੀ ਕਹਿਣ ਨੂੰ ਕਰਨ ਨੂੰ ਤਿਆਰ ਨੇ। ਤੋ ਇਹ ਕੋਈ ਦੂਰ ਅੰਦੇਸ਼ੀ ਦੀ ਗੱਲ ਨਹੀਂ ਹੈ। ਮੈਂ ਸਮਝਦਾ ਇਹ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਵੀ ਸਮਝਾਣ। ਇਸ ਕਰਕੇ ਇਹਨੂੰ ਜਜ਼ਬਾਜ਼ੀ ਨਾ ਬਣਾਈਏ। ਇਸ ਤੇ ਚਿੱਠੀ ਲਿਖਣ, ਜਥੇਦਾਰ ਸਾਹਿਬ ਪ੍ਰਧਾਨ ਮੰਤਰੀ ਸਾਹਿਬ ਨੂੰ ਚਿੱਠੀ ਲਿਖਣ ਕਿ ਤੁਸੀਂ ਤਾਂ ਆਪ ਸਾਫਾ ਬੰਦੇ ਸੀ ਐਮਰਜੈਂਸੀ 'ਚ, ਸਰਦਾਰ ਬਣ ਕੇ ਰਹੇ ਹੋ ਤੁਸੀਂ ਐਮਰਜੈਂਸੀ ਦੇ ਦੌਰਾਨ। ਤੋ ਇਸ ਕਰਕੇ ਤੁਸੀਂ ਉਹ ਕੰਮ ਨਾ ਕਰੋ, ਉਹ ਗਲਤੀਆਂ ਨਾ ਕਰੋ ਜਿਹੜੀਆਂ ਕਾਂਗਰਸ ਨੇ ਕੀਤੀਆਂ ਪਹਿਲਾਂ। ਤੇ ਆਹ ਦੋ ਮੁੱਦਿਆਂ ਤੇ ਇਸ ਤਰੀਕੇ ਨਾਲ ਕਹਿਣ ਕਿ ਇੱਕ ਮੁੱਦੇ ਤੇ ਤਾਂ ਤੁਸੀਂ ਸਰਕਾਰ, ਅਸੀਂ ਛੋਟਾ ਕਰ ਲੈਂਦੇ ਹਾਂ ਜੱਥਾ, 500 ਬੰਦੇ ਨੇ ਜਾਂਦੇ, ਅਸੀਂ ਇੰਨਾ ਕੁ ਕਰ ਲੈਂਦੇ ਹਾਂ ਜਿਹਨੂੰ ਪਾਕਿਸਤਾਨ ਵੀ ਸੰਭਾਲ ਸਕੇ। ਔਰ ਦੂਜੀ ਗੱਲ ਹੈਗੀ ਹੈ ਕਿ ਤੁਸੀਂ ਕੈਂਪ ਲਾ ਲਓ, ਪੈਂਡੈਮਿਕ ਦਾ ਤਾਂ ਕੋਈ ਬਹਾਨਾ ਹੈ ਹੀ ਨਹੀਂ। ਤੁਸੀਂ ਹਵਾਈ ਅੱਡਿਆਂ ਤੇ ਵੀ ਲਾਏ ਹੋਏ, ਇੱਥੇ ਲਾ ਲਓ, ਉਹਦਾ ਫਿਰ ਜਵਾਬ ਦੇਣ ਦਿਓ। ਮੈਨੂੰ ਲੱਗਦਾ ਹੈ ਪ੍ਰਧਾਨ ਮੰਤਰੀ ਸਾਹਿਬ ਤਾਈਂ ਗੱਲ ਪਹੁੰਚੇਗੀ। ਪਤਾ ਨਹੀਂ ਉਹਨਾਂ ਨੂੰ ਕੀ ਐਡਵਾਈਸ ਦਿੱਤੀ ਹੈ, ਨਹੀਂ ਦਿੱਤੀ ਹੈ, ਕਿਹਨੇ ਦਿੱਤੀ ਹੈ, ਤੇ ਇਹ ਚੀਜ਼ ਉੱਪਰਲੇ ਲੈਵਲ ਤੇ ਪਹੁੰਚੇ। ਫਿਰ ਦੇਖਦੇ ਹਾਂ ਪ੍ਰਧਾਨ ਮੰਤਰੀ ਸਾਹਿਬ ਕੀ ਕਹਿਣਗੇ। ਮੈਂ ਸਰਦਾਰ ਸਾਹਿਬ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਇਲੈਕਟਿਡ ਬਾਡੀ ਔਰ ਸੰਵਿਧਾਨਕ ਧਾਰਾ ਦੇ ਥੱਲੇ ਆਉਂਦੀ ਹੈ। ਇਹਦੇ ਜਿਹੜੇ ਚੁਣੇ ਹੋਏ ਅਹੁਦੇਦਾਰ ਨੇ, ਜਿਵੇਂ ਪ੍ਰਧਾਨ ਤੇ ਐਗਜ਼ੈਕਟਿਵ ਬਾਡੀ ਹੈ, ਜੇਕਰ ਇਹ ਸਾਰੇ ਦੇ ਸਾਰੇ ਲੋਕ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਕੋਲ ਸਮਾਂ ਲੈ ਕੇ, ਜਿਵੇਂ ਕੱਲ ਇਹ ਪੱਤਰ ਮਿਲਦਾ ਹੈ ਜਾਂ ਪਰਸੋਂ ਇਹ ਪੱਤਰ ਮਿਲਦਾ ਹੈ, ਤਾਂ ਉਹਦੇ ਵਿੱਚ ਤੁਰੰਤ ਪ੍ਰਭਾਵ ਨਾਲ, ਮੇਰੇ ਖਿਆਲ ਇੱਕ ਦਿਨ ਪਹਿਲਾਂ ਮਿਲਿਆ, ਉਹ ਸਾਰੀ ਦੀ ਸਾਰੀ ਇੱਥੋਂ ਅੰਮ੍ਰਿਤਸਰ ਤੋਂ ਘੰਟੇ ਦੇ ਵਿੱਚ ਤੁਸੀਂ ਬਾਈ 에ਅਰ ਚਲੇ ਜਾਂਦੇ ਹੋ, ਫਲਾਈਟਸ ਵੀ ਬਹੁਤ ਰਹਿੰਦੀਆਂ ਨੇ, ਉੱਥੇ ਜਾ ਕੇ ਇਹ ਉਹਨਾਂ ਨੂੰ ਸਮਝਾਇਆ ਜਾ ਸਕਦਾ ਸੀ, ਇਹਦਾ ਹੱਲ ਕੱਢਿਆ। ਇੱਕ ਦੂਜੇ ਦੇ ਸਾਹਮਣੇ ਖਲੋ ਕੇ ਆਲੋਚਨਾ ਕਰੀ ਜਾਣਾ ਤੁਹਾਨੂੰ ਲੱਗਦਾ ਠੀਕ ਰਸਤਾ ਹੈ। ਸਿੰਘ ਸਾਹਿਬ ਵੱਲੋਂ ਇਸ ਮਾਮਲੇ ਦੇ ਵਿੱਚ ਇਸ ਪੱਧਰ ਤੱਕ ਜਾਣਾ ਕਿ ਮੈਂ ਸਾਰੇ ਜਿਹੜੇ ਮੁਸਲਮਾਨਾਂ ਦੇ ਜਿਹੜੇ ਪੈਗੰਬਰ ਹੈਗੇ ਆ, ਜਿੰਨੇ ਵੀ ਇੱਥੇ ਹਿੰਦੂਆਂ ਦੇ ਆਚਾਰੀਆ ਹੈਗੇ, ਉਹਨਾਂ ਸਾਰਿਆਂ ਨੂੰ ਕਹਿਣਾ। ਉਹ ਕਹਿੰਦੇ ਪਾਰਲੀਮੈਂਟ ਮੈਂਬਰਾਂ ਨੂੰ ਮੈਂ ਕਹਿਣਾ ਜੀ ਮਸਲਾ ਉਠਾਓ, ਲੇਕਿਨ ਮਸਲਾ ਤਾਂ ਇਹ ਹੈ ਕਿ 2 ਦਿਨ ਬਾਅਦ ਜਿਹੜੇ 21 ਤਰੀਕ ਵਾਲੇ ਸਮਾਗਮ ਖਤਮ ਹੋ ਜਾਣਗੇ, ਬਾਅਦ ਚ ਉਠਾਏ ਮਸਲੇ ਦਾ ਕੀ ਫਾਇਦਾ। ਸਿੱਖ ਸੰਗਤ ਦੀਆਂ ਭਾਵਨਾਵਾਂ ਤਾਂ ਆਤ ਹੋ ਗਈਆਂ। ਜੇਕਰ ਗ੍ਰਹਿ ਮੰਤਰਾਲੇ ਜਾਂ ਗ੍ਰਹਿ ਮੰਤਰੀ ਨੂੰ
ਸਮਝਾਉਣ ਦੀ ਲੋੜ ਤਾਂ ਅੱਜ ਆ। ਤੁਹਾਨੂੰ ਲੱਗਦਾ ਇਹਦੇ ਵਿੱਚ ਜਿਹੜੀ ਆਪਣੀ ਦਿੱਲੀ 'ਚ ਬੈਠੇ ਤੁਹਾਡੇ ਵਰਗੇ ਲੋਕ ਆ, ਵੱਡੇ ਲੋਕ ਆ, ਉਹ ਵੀ ਰੋਲ ਅਦਾ ਕਰ ਸਕਦੇ ਸੀ? ਆਪਣੇ ਹਰਦੀਪ ਪੁਰੀ ਜਿਹੜੇ ਮਿਨਿਸਟਰ ਹੈਗੇ ਨੇ ਉਹਨਾਂ ਨੂੰ ਵੀ ਸਿੱਖ ਸੈਂਟੀਮੈਂਟਸ ਦਾ ਪਤਾ ਹੈ, ਜੇਕਰ ਹੋ ਸਕਦਾ ਪ੍ਰਧਾਨ ਮੰਤਰੀ ਸਾਹਿਬ ਜਾਂ ਗ੍ਰਹਿ ਮੰਤਰੀ ਸਾਹਿਬ ਨੂੰ ਸ਼ਾਇਦ ਜ਼ਿਆਦਾ ਉਹਨਾਂ ਅਹਿਸਾਸ ਨਾ ਹੋਵੇ ਨਨਕਾਣਾ ਸਾਹਿਬ ਦੀ ਸ਼ਤਾਬਦੀ ਦਾ। ਸੋ ਤੁਹਾਨੂੰ ਲੱਗਦਾ ਇੱਥੇ ਇਸ ਤਰ੍ਹਾਂ ਦੇ ਵੀ ਐਫਰਟਸ ਲਾਏ ਜਾ ਸਕਦੇ ਸੀ? ਨਹੀਂ, ਦੇਖੋ ਇਹ ਜਿਹੜੇ ਸਿੱਖਾਂ ਦੇ ਨੁਮਾਇੰਦੇ ਬਿਲਕੁਲ ਐਸਜੀਪੀਸੀ ਜਾਂ ਜਥੇਦਾਰ ਸਾਹਿਬ ਹੈ, ਉਹਨਾਂ ਨੂੰ ਟਾਈਮ ਮੰਗਣਾ ਚਾਹੀਦਾ ਸੀ। ਦਿੱਲੀ ਆਉਣ ਨਾਲ ਤਾਂ ਕੋਈ ਫਰਕ ਨਹੀਂ ਪੈਂਦਾ, ਉਹ ਠੀਕ ਨਹੀਂ ਲੱਗੇਗਾ ਇੱਥੇ ਆ ਕੇ ਉਹ ਬੈਠੇ ਰਹਿਣ, ਉਹਨਾਂ ਨੂੰ ਟਾਈਮ ਨਾ ਦੇਣ ਜੀ। ਚਿੱਠੀਆਂ ਰਾਹੀਂ ਇਹ ਆਪਣੀ ਚਿੱਠੀਆਂ ਰਾਹੀਂ ਕਰਨ, ਪ੍ਰੈਸ ਕਾਨਫਰੰਸ ਦੇ ਰਾਹੀਂ ਕਰਨ, ਪ੍ਰੈਸ ਕਾਨਫਰੰਸ 'ਚ ਜਜ਼ਬਾਜ਼ੀ ਨਾ ਹੋਣ, ਉਹਨੂੰ ਇਸ ਤਰੀਕੇ ਨਾਲ ਮੁੱਦਿਆਂ ਦਾ ਜਵਾਬ ਦਿਓ। ਜਿਹੜੇ ਬਹਾਨੇ ਉਹਨਾਂ ਨੇ ਬਣਾਏ ਹੈ, ਉਹ ਬਹਾਨਿਆਂ ਨੂੰ ਉਲਟਾ ਜਵਾਬ ਦੇ ਕੇ ਕਹੋ ਜੀ ਇਹ ਬਹਾਨੇ ਠੀਕ ਨਹੀਂ ਹੈ, ਤੁਹਾਨੂੰ ਅਫਸਰਾਂ ਨੇ ਬਣਾ ਕੇ ਦਿੱਤੇ ਹੈ, ਇਹ ਬਹਾਨੇ ਠੀਕ ਨਹੀਂ ਹੈਗੇ, ਤੁਸੀਂ ਇਹਦਾ ਇਲਾਜ ਇਸ ਤਰ੍ਹਾਂ ਲੱਭੋ। ਜੇ ਉਹ ਫਿਰ ਵੀ ਨਹੀਂ ਕਰਦੇ, ਫਿਰ ਤਾਂ ਜ਼ਾਹਿਰ ਹੋ ਜਾਏਗਾ ਕਿ ਇਹ ਗੱਲਾਂ ਜਿਹੜੀਆਂ ਹੈਗੀਆਂ ਉੱਪਰ ਤੇ ਪਹਿਲਾਂ ਸੋਚ ਸਮਝ ਕੇ ਇਹਨਾਂ ਨੇ ਕੀਤੀਆਂ ਨੇ, ਔਰ ਇਹ ਉਹ ਕਿਸਾਨ ਅੰਦੋਲਨ ਨਾਲ ਜੁੜੀਆਂ ਹੋਈਆਂ ਨੇ, ਇਹ ਕੋਈ ਹੋਰ ਚੀਜ਼ ਨਾਲ ਨਹੀਂ ਜੁੜੀਆਂ ਹੋਈਆਂ। ਜਿਹੜੇ ਜਾ ਰਹੇ ਹਨ ਉਹਨਾਂ ਦੀ ਸੁਰੱਖਿਆ ਲਈ ਨਹੀਂ ਜੁੜੀਆਂ ਹੋਈਆਂ, ਇਹ ਪੈਂਡੈਮਿਕ ਕੋਵਿਡ ਨਾਲ ਨਹੀਂ ਜੁੜੀਆਂ ਹੋਈਆਂ, ਐਵੇਂ ਜੋੜੀਆਂ ਜਾ ਰਹੇ ਨੇ ਉਧਰ ਨੂੰ। ਤਾਂ ਉਹਦੇ ਵੈਸੇ ਸਰਦਾਰ ਸਾਹਿਬ ਚਿੱਠੀ ਲਿਖਦੇ ਨੇ, ਪ੍ਰੈਸ ਕਾਨਫਰੰਸ ਕਰਨ ਔਰ ਟਾਈਮ ਮੰਗ ਲੈਣ ਕਿ ਅਸੀਂ ਆਣਾ, ਫਿਰ ਜਿਹੜਾ ਟਾਈਮ ਦਿੰਦੇ ਆ ਨਹੀਂ ਦਿੰਦੇ ਜੀ। ਸਰ ਜਿਹੜਾ ਤੁਹਾਡਾ ਆਪਣਾ ਨੁਕਤਾ ਨਜ਼ਰ ਹੈ, ਕਿਉਂਕਿ ਇੱਕ ਤਾਂ ਇਹ ਪਹਿਲੂ ਆ ਕਿ ਕੀ ਹੋਣਾ ਚਾਹੀਦਾ ਕੀ ਨਹੀਂ ਹੋਣਾ ਚਾਹੀਦਾ, ਜੇਕਰ ਤੁਹਾਡੇ ਨਜ਼ਰੀਏ ਤੋਂ ਇਹ ਸਮਝਣਾ ਹੋਵੇ, ਤੁਹਾਨੂੰ ਲੱਗਦਾ ਕਿ ਇਹ ਕਿਸਾਨੀ ਨਾਲ ਜੁੜਦੀ ਗੱਲ ਆ? ਕੇਂਦਰ ਦਾ ਇਹ ਫੈਸਲਾ ਸਿੱਖ ਸੈਂਟੀਮੈਂਟਸ ਦੇ ਨਜ਼ਰੀਓਂ ਇਹ ਕੋਵਿਡ ਕਰਕੇ ਜਾਂ ਸੁਰੱਖਿਆ ਥ੍ਰੈਟ ਕਰਕੇ ਨਹੀਂ ਹੈ, ਕਿਸਾਨੀ ਦਾ ਪ੍ਰੈਸ਼ਰ ਉਹਦੇ ਕਾਰਨ ਵੀ ਆ। ਪੰਜਾਬ ਔਰ ਕੇਂਦਰ 'ਚ ਵੱਧਦੀ ਦੂਰੀ, ਸਿੱਖਾਂ ਔਰ ਕੇਂਦਰ 'ਚ ਵੱਧਦੀ ਦੂਰੀ ਦੇ ਸੰਕੇਤ ਵੀ ਇਹਨੂੰ ਮੰਨੇ ਜਾ ਸਕਦੇ ਜਾਂ ਨਹੀਂ? ਇਹ ਇੱਕ ਪਹਿਲੂ ਹੋ ਸਕਦਾ। ਦੇਖੋ ਜਿਹੜੀ ਇਲੈਕਸ਼ਨ ਹੋਈ ਹੈ ਹੁਣੇ, ਸਾਰੇ ਸ਼ਹਿਰੂਆਂ ਦੀ ਇਲੈਕਸ਼ਨ, ਉਹਦੇ 'ਚ ਬੀਜੇਪੀ ਦਾ ਸਫਾਇਆ ਹੋ ਗਿਆ ਬਿਲਕੁਲ। ਇਹ ਸੋਚ ਕੇ ਇਹਨਾਂ ਨੇ ਆਪਣਾ ਨਾਤਾ ਤੋੜਿਆ ਸੀ ਅਕਾਲੀ ਦਲ ਨਾਲ ਕਿ ਸਾਨੂੰ ਹਿੰਦੂ ਵੋਟ ਸਾਰੀ ਪੈ ਜਾਏਗੀ, ਕੁਝ ਥੋੜੀ ਸਿੱਖ ਵੋਟ ਵੀ ਪੈ ਜਾਊਗੀ ਸ਼ਹਿਰਾਂ ਵਾਲੀ, ਔਰ ਸਿੱਖਾਂ ਦੀ ਜਿਹੜੀ ਪਿੰਡੂ ਵੋਟ ਹੈ ਉਹ ਬਣ ਜਾਏਗੀ 3-4 ਪਾਸੇ, ਅਸੀਂ ਆਪਣੀ ਸਰਕਾਰ ਬਣਾ ਲਾਂਗੇ ਜਿਵੇਂ ਹਰਿਆਣੇ 'ਚ ਬਣਾਈ ਹੈ। ਹਰਿਆਣੇ 'ਚ ਵੀ ਤਾਂ ਇਹਨਾਂ ਨੇ ਜਾਟ ਨਹੀਂ, ਇਹਨਾਂ ਨੇ ਪੰਜਾਬੀ ਨੂੰ ਲਗਾਇਆ ਹੋਇਆ ਚੀਫ ਮਿਨਿਸਟਰ। ਉਹ ਗੱਲ ਸਾਫ਼ ਹੋ ਗਈ ਕਿਉਂਕਿ ਇਹਨਾਂ ਦਾ ਬਿਲਕੁਲ ਸਫਾਇਆ ਹੋ ਗਿਆ। ਉਹਦੇ 'ਚ ਉਹੀ ਜਿਹਾ ਜਗ੍ਹਾ ਵੀ ਸਫਾਇਆ ਹੋ ਗਿਆ ਜਿੱਥੇ ਬੀਜੇਪੀ ਦੇ ਗੜ੍ਹ ਨੇ, ਜਿੱਥੇ ਬੀਜੇਪੀ ਜਿੱਤਦੀ ਆਉਂਦੀ ਹੈ, ਜਿੱਥੇ ਇਹਨਾਂ ਦੇ MP ਨੇ, ਜੇ ਉੱਥੇ ਵੀ ਬੀਜੇਪੀ ਦਾ ਸਫਾਇਆ ਹੋ ਗਿਆ ਤਾਂ ਇਸ ਕਰਕੇ ਉਹ ਪੰਜਾਬ ਦੀ ਇਹਨਾਂ ਦੀ ਪੋਲੀਟੀਕਲ ਪਾਲਿਸੀ ਦਾ ਫੇਲ ਹੈ। ਹੁਣ ਗੱਲ ਹੈ ਕਿ ਇਹਨੂੰ ਤੁਸੀਂ ਇਹਦੇ ਨਾਲ ਜੋੜ ਰਹੇ ਹੋ ਨਹੀਂ ਜੋੜ ਰਹੇ, ਕਿਉਂਕਿ ਜਿੰਨਾ ਜ਼ੋਰ ਇਹ ਲਗਾ ਰਹੇ ਨੇ ਦਿੱਲੀ 'ਚ ਬੰਦੇ ਫੜ ਕੇ, ਟੂਲ ਕਿੱਟ ਫੜ ਕੇ, ਉਹਨੂੰ ਖਾਲਿਸਤਾਨੀ ਜਿਹੜੇ ਬਾਹਰ ਬੈਠੇ ਆ ਉਹਨਾਂ ਨਾਲ ਜੋੜਿਆ ਜਾਵੇ, ਉਹਦੀ ਤੁਕ ਕੀ ਹੈ ਮੈਨੂੰ ਸਮਝ ਨਹੀਂ ਆਉਂਦਾ। ਰੋਜ਼ ਇੰਨਾ ਜ਼ਿਆਦਾ ਕੌਣ ਮੰਨਦਾ ਹੈ? ਤੁਸੀਂ ਉਹੀ ਪ੍ਰਚਾਰ ਕਰਕੇ ਖਾਲਿਸਤਾਨ ਦਾ ਪ੍ਰਚਾਰ ਕਰ ਰਹੇ ਹੋ। ਪੰਜਾਬ 'ਚ ਤਾਂ ਕੋਈ ਜਾਣਦਾ ਨਹੀਂ ਇਸ ਗੱਲ ਨੂੰ, ਕੌਣ ਪੰਜਾਬ ਦਾ ਵਾਸੀ ਹੈ ਜਿਹੜਾ ਖਾਲਿਸਤਾਨ ਚਾਹੁੰਦਾ ਹੈ ਜੀ। ਸੋ ਐਡਾ ਪੰਜਾਬ ਰਹਿ ਜਾਏਗਾ, ਤੁਸੀਂ ਉਹਦੇ 'ਚ ਰਹਿ ਜਾਓਗੇ, ਇੱਕ ਪਾਸੇ ਪਾਕਿਸਤਾਨ ਇੱਕ ਪਾਸੇ ਹਿੰਦੁਸਤਾਨ, ਉਹਨਾਂ ਦੀਆਂ ਇਜਾਜ਼ਤਾਂ ਲਓਗੇ, ਗੱਡੀ ਵੀ ਬਾਹਰ ਜੇ ਕੱਢਣੀ ਹੈ ਹਵਾਈ ਜਹਾਜ਼ ਤੇ ਚੜ ਕੇ ਕਿਧਰੇ ਜਾਓਗੇ, ਅਦਰਵਾਈਜ਼ ਤੁਸੀਂ ਲੈਂਡ ਲੌਕ ਹੋ ਜਾਏ ਅਫਗਾਨਿਸਤਾਨ ਦੀ ਤਰ੍ਹਾਂ, ਉਹ ਹਾਲ ਹੋਏਗਾ ਤੁਹਾਡਾ। ਕਿਹੜਾ ਸਿਆਣਾ ਕਹੂਗਾ? ਤਾਂ ਇਹ ਬਾਰ-ਬਾਰ ਖਾਲਿਸਤਾਨ ਦਾ ਪ੍ਰੋਪੇਗੰਡਾ ਤੇ ਮੁੱਦਾ ਉਠਾਉਣਾ, ਤਾਂ ਇਹ ਉਲਟਾ ਉਹਨੂੰ ਸੇਕ ਰਹੇ ਹੈ, ਉਹਦੀ ਅੱਗ ਨੂੰ ਵਧਾ ਰਹੇ ਹੈ, ਘਟਾ ਨਹੀਂ ਰਹੇ। ਮੈਂ ਸਮਝਦਾ ਸਿਆਣਪ ਇਸ ਗੱਲ 'ਚ ਹੋਏਗੀ। ਇਹ ਕਿਸਾਨਾਂ ਦਾ ਜਿਹੜਾ ਮੁੱਦਾ ਹੈ, ਕੋਈ ਵੀ ਸਰਕਾਰ, ਮੈਂ ਨਹੀਂ ਕਹਿੰਦਾ ਬੀਜੇਪੀ ਕਹਿ ਰਹੀ ਹੈ, ਕੋਈ ਵੀ ਸਰਕਾਰ ਕੋਸ਼ਿਸ਼ ਕਰਦੀ ਹੈ, ਇੱਕ ਮੁੱਦਾ ਹੈਗਾ ਇਹਦੇ ਤੋਂ ਡਾਇਵਰਟ ਕਿਵੇਂ, ਇਹਦੇ ਤੇ ਕਿਵੇਂ ਹਟੇਗੀ ਲੋਕਾਂ ਦੀ, ਇੱਧਰ ਧਿਆਨ ਨਾ ਰਹੇ, ਹੋਰ ਪਾਸੇ ਕਰਦੀ ਹੈ ਧਿਆਨ। ਹਰੇਕ ਸਰਕਾਰ ਕੋਸ਼ਿਸ਼ ਕਰਦੀ ਹੈ, ਲੇਕਿਨ ਕੋਸ਼ਿਸ਼ ਇਹੀ ਜਿਹੀ ਹੋਣੀ ਚਾਹੀਦੀ ਹੈ, ਮੁੱਦਾ ਇਹੋ ਜਿਹਾ ਲੈ ਕੇ ਆਓ ਜਿਹੜਾ ਮੁੱਦਾ ਦੇਸ਼ ਦੇ ਖਿਲਾਫ ਨਾ ਹੋਵੇ, ਜਿਹੜਾ ਜਿਹਦੇ ਨਾਲ ਜਿਹੜੀਆਂ ਦੇਸ਼ ਨੂੰ ਤੋੜਨਾ ਚਾਹੁੰਦੀਆਂ ਸ਼ਕਤੀਆਂ ਉਹਨਾਂ ਨੂੰ ਸ਼ਕਤੀ ਨਾ ਮਿਲੇ। ਉਹੇ ਜਿਹੇ ਮੁੱਦੇ ਲਿਆ ਕੇ ਜੇ ਤੁਸੀਂ ਤੋੜ ਸਕਦੇ ਹੋ ਕਿਸਾਨਾਂ ਨੂੰ ਤਾਂ ਤੋੜ ਲਓ। ਸਰਦਾਰ ਸਾਹਿਬ, ਇੱਕ ਕਿਸਾਨ ਲੀਡਰ ਦਾ ਵੀ ਅੱਜ ਇੱਕ ਜਿਹੜਾ ਉਹਨਾਂ ਨੇ ਇੱਕ ਛੋਟੀ ਜਿਹੀ ਵੀਡੀਓ ਕਲਿੱਪ ਹੈ ਔਰ ਇੱਕ ਜਿਹੜੀ ਫੋਟੋਗ੍ਰਾਫ ਹੈ ਉਹ ਜਾਰੀ ਕੀਤੀ ਹੈ। ਰੁਲਦੂ ਸਿੰਘ ਮਾਨਸਾ ਉਹਨਾਂ ਦਾ ਨਾਮ ਹੈ। ਇਹ ਉਹ 32 ਕਿਸਾਨ ਜਥੇਬੰਦੀਆਂ ਦੇ ਇੱਕ ਨੁਮਾਇੰਦੇ ਆ ਜਿਹੜੇ ਗ੍ਰਹਿ ਮੰਤਰੀ ਨਾਲ ਮੀਟਿੰਗ 'ਚ, ਖੇਤੀ ਮੰਤਰੀ ਨਾਲ ਮੀਟਿੰਗ 'ਚ ਬੈਠਦੇ ਰਹੇ ਆ। ਪੰਜਾਬ ਦੇ ਇੱਕ ਨਾਮਵਰ ਸਿੰਗਰ, ਉਹਨਾਂ ਦਾ ਵੀ ਨਾਮ ਪਾਇਆ ਗਿਆ, ਔਰ ਸ਼ਾਇਦ ਜਿਹੜੀ ਇਹ ਵੀਡੀਓ ਫੁਟੇਜ ਉਸ ਦਿਨ ਵਾਲੇ ਜਿਸ ਦਿਨ 26 ਜਨਵਰੀ ਨੂੰ ਵੱਖ-ਵੱਖ ਥਾਵਾਂ ਤੋਂ ਮਿਲੀਆਂ ਨੇ, ਫੋਰੈਂਸਿਕ ਨੇ ਉਹ ਦਿੱਲੀ ਪੁਲਿਸ ਨੂੰ ਦਿੱਤੀਆਂ ਜਿੱਥੋਂ ਉਹਨਾਂ ਨੇ ਜਾਰੀ ਕੀਤੀਆਂ। ਹੁਣ ਇਹ ਟਕਰਾਅ ਦੀ ਸਥਿਤੀ ਬਣਦੀ ਜਾਂਦੀ ਹੈ ਕਿ ਦੀਪ ਸਿੱਧੂ ਤੋਂ ਬਾਅਦ ਇੱਕ ਹੋਰ ਜਿਹੜਾ ਪੰਜਾਬ ਦਾ ਲੱਖਾ ਸਦਾਣਾ ਸੀ ਜਾਂ ਕੁਝ ਹੋਰ ਲੋਕ ਭੱਜੇ ਫਿਰਦੇ ਸੀ। ਹੁਣ ਜਿਹੜੇ ਕਿਸਾਨ ਆਗੂ, ਉਹਨਾਂ ਤੇ ਨਜ਼ਰ ਆ ਦਿੱਲੀ ਪੁਲਿਸ ਦੀ, ਕਿਸੇ ਵੇਲੇ ਗ੍ਰਿਫਤਾਰੀ ਤੱਕ ਦੀ ਸੰਭਾਵਨਾ ਵੀ ਹੋ ਸਕਦੀ ਆ। ਜਿਹੜੇ ਸਿੰਗਰ ਸੀਗੇ ਉਹਨਾਂ ਦਾ ਰੋਲ ਵੀ ਮੋਟੀਵੇਟ ਕਰਨ ਦੇ ਨਜ਼ਰੀਏ ਤੋਂ ਬੜਾ
ਭਾਵਪੂਰਤ ਸੀਗਾ। ਸੋ ਜਿਹੜੀ ਗੱਲ ਗੱਲਬਾਤ ਨਾਲ ਗੱਲ ਕਿਸੇ ਸਿਰੇ ਲੱਗਣੀ ਚਾਹੀਦੀ ਸੀ, ਉਹ ਟਕਰਾਅ ਵੱਲ ਵੱਧਦੀ ਜਾਂਦੀ ਹੈ। ਇਹ ਟਕਰਾਅ ਕੇਂਦਰ ਨੂੰ ਵਾਰਾ ਖਾਂਦਾ। ਤੁਹਾਨੂੰ ਲੱਗਦਾ ਹੈ ਕਿ ਇਹਦੇ ਅਸਰ ਪੰਜਾਬ ਤੱਕ ਹੀ ਹੈ? ਇਹਦੇ ਅਸਰ ਬੰਗਾਲ, ਯੂਪੀ ਜਾਂ ਬਾਕੀ ਥਾਵਾਂ ਤੋਂ ਉਹ ਇਹਨੂੰ ਪਾਸੇ ਰੱਖ ਕੇ ਵੇਖ ਸਕਦੇ ਆ? ਪੂਰੇ ਦੇਸ਼ ਵਿੱਚ ਮੁਹਿੰਮ ਹੋ ਸਕਦੀ ਹੈ? ਮੇਰੀ ਸੋਚਣੀ ਇਹ ਹੈ ਕਿ ਇਹ ਮੁੱਦਾ ਜਿੰਨਾ ਮਰਜ਼ੀ ਬਣਾਇਆ ਜਾਵੇ, ਇਹ ਸਿੱਖਾਂ ਦਾ ਤੇ ਖਾਲਿਸਤਾਨ ਦਾ ਮੁੱਦਾ ਨਹੀਂ ਰਿਹਾ। ਇਹ ਮੁੱਦਾ ਕਿਸਾਨਾਂ ਦਾ ਬਣ ਗਿਆ। ਉਹ ਯੂਪੀ ਚ ਭੜਕ ਰਿਹਾ ਹੈ। ਉਹਦੇ ਨਾਲ ਕੱਲੀ ਪਹਿਲਾਂ ਤੁਸੀਂ ਗੇਹੂੰ ਦੀ ਤੇ ਇਹਦੀ ਚਾਵਲਾਂ ਦੀ ਗੱਲ ਕਰਦੇ ਸੀਗੇ, ਤਾਂ ਹੁਣ ਉਹ ਗੱਲ ਵੱਧ ਕੇ ਗੰਨਾ ਆ ਗਿਆ ਉਹਦੇ ਨਾਲ। ਗੰਨੇ ਦੇ ਨਾਲ ਫਿਰ ਹੋਰ ਚੀਜ਼ਾਂ ਆਣਗੀਆਂ। ਅੱਛਾ, ਉਹ ਹੁਣ ਮੱਧ ਪ੍ਰਦੇਸ਼ ਜਾ ਰਹੇ ਨੇ ਤਕੈਤ ਸਾਹਿਬ, ਉਹਦੇ ਬਾਅਦ ਮਹਾਰਾਸ਼ਟਰ ਚ ਉਹਨਾਂ ਨੇ ਪਰਮਿਸ਼ਨ ਮੰਗੀ ਹੈ ਰੈਲੀ ਕਰਨ ਦੀ। ਤੇ ਇਹ ਜਿਹੜੀ ਅੱਗ ਹੈ ਇਹ ਤਾਂ ਵੱਧ ਰਹੀ ਹੈ। ਕਿਸਾਨ, ਤੁਸੀਂ ਇਹ ਸਮਝਣਾ ਕਿ ਇਹ ਸਿਰਫ ਪੰਜਾਬ ਦਾ ਸਿੱਖਾਂ ਦਾ ਮੁੱਦਾ ਹੈ, ਇਹ ਗਲਤੀ ਕਰ ਰਹੇ ਨੇ। ਫਿਰ 3, 4, 5 ਤਰੀਕ ਨੂੰ ਹਰਿਆਣੇ ਦੇ ਵਿੱਚ ਉੱਥੇ ਵੀ ਹੂਡਾ ਤੇ ਕੇਸ ਜਿਹੜੇ ਪਹਿਲਾਂ ਸੇਕੇ ਜਾ ਰਹੇ ਸੀ ਉਹ ਬਾਹਰ ਕੱਢ ਦਿੱਤੇ ਨੇ। ਸੋ ਇਹ ਚੀਜ਼ਾਂ ਹਰੇਕ ਸਰਕਾਰ ਕਰਦੀ ਹੈ। ਕਾਂਗਰਸ ਦੇ ਵੇਲੇ ਵੀ ਹੁੰਦੀਆਂ ਸੀਗੀਆਂ, ਹੁਣ ਵੀ ਇਹ ਕਰਨਗੇ। ਇਹ ਕਰਕੇ ਦੇਖ ਲੈਣ ਇਹ ਕਦ ਇਹ ਜੇ ਇਹ ਜੇ ਤਰੀਕੇ ਅਪਣਾ ਕੇ ਐਮਰਜੈਂਸੀ ਤੋਂ ਤਾਂ ਨਹੀਂ ਨਾ ਇਹਨਾਂ ਨੇ ਲਗਾਈ। ਐਮਰਜੈਂਸੀ ਲੱਗੀ ਵੀ ਹਟ ਗਈ ਸੀ ਹਿੰਦੁਸਤਾਨ ਦੇ ਵਿੱਚ। ਲੋਕ ਸਮਝਦੇ ਨਹੀਂ ਇਸ ਗੱਲ ਨੂੰ। ਜਿੰਨਾ ਤੁਸੀਂ ਇਹੋ ਜਿਹਾ ਕੁਝ ਕਰੋਗੇ, ਉਹ ਕੋਈ ਲੋਕ ਉਹਦੇ 'ਚ ਦਿਲਚਸਪੀ ਨਹੀਂ ਲੈ ਰਹੇ ਜੀ। ਉਹ ਜਿਹੜਾ ਕਿਸਾਨਾਂ ਦਾ ਮੁੱਦਾ ਹੈ ਉਹ ਕਿਸਾਨਾਂ ਤਾਂ ਹੀ ਹੈ। ਇਹਨਾਂ ਨੂੰ ਕਰੀ ਜਾਂਦਾ ਜੋ ਇਹਨਾਂ ਨੇ ਕਰਨਾ। ਹੁਣ ਪੁਲਿਸ ਦੀ ਜਿਹੜੀ ਕਾਰਵਾਈ ਹੈ ਉਹ ਤਾਂ ਕਰਨੀ ਹੈ। ਤੇ ਕੋਈ ਗਲਤੀ ਤਾਂ ਕੀਤੀ ਹੈ ਕੁਝ ਬੰਦਿਆਂ ਨੇ ਜਿਹੜੇ ਚੜੇ ਨੇ ਲਾਲ ਕਿਲੇ ਤੇ। ਉਹਨਾਂ ਨੂੰ ਜਿਨ੍ਹਾਂ ਦਾ ਕੋਈ ਲਿੰਕ ਮਿਲ ਜਾਂਦਾ ਹੈ, ਜਿਨ੍ਹਾਂ ਨੂੰ ਫੜ ਰਹੇ ਨੇ, ਫੜਨ ਦੋ। ਇੱਥੇ ਸਰਕਾਰਾਂ ਵੀ ਹੈਗੀਆਂ, ਕੱਲ ਨੂੰ ਸਰਕਾਰਾਂ ਇੱਥੇ ਕੋਰਟਸ ਵੀ ਹੈਗੀਆਂ ਸਾਡੀਆਂ। ਇਹ ਸਾਰੇ ਚੀਜ਼ਾਂ ਜਿਹੜੇ ਪੁਲਿਸ ਬਣਾਊਗੀ, ਆਫਟਰ ਆਲ ਜਿੰਨੇ ਕੇਸ ਸੀਬੀਆਈ ਬਣਾਉਂਦੀ ਹੈ, ਈਡੀ ਬਣਾਉਂਦੀ ਹੈ, ਮੇਰੇ ਖਿਆਲ 99% ਉਹਦੇ ਚੋਂ ਸਾਬਤ ਨਹੀਂ ਹੁੰਦੇ ਜੀ। ਉਹ ਇਹ ਕਿਹਾ ਜਾਂਦਾ ਹਿੰਦੁਸਤਾਨ ਦੇ ਵਿੱਚ ਕਿ ਕੇਸ ਬਣਾਉਣ ਦੇ ਦੌਰਾਨ ਹੀ ਬੰਦੇ ਨੂੰ ਤੰਗ ਕਰ ਲਓ, ਉਹਨੂੰ ਇੰਨਾ ਤੰਗ ਕਰੋ ਕੇਸ ਬਣਦੇ ਹੀ, ਜਿਨ੍ਹਾਂ ਦੇ ਕੇਸ ਬਣਿਆ ਔਰ ਉਹਦੇ ਬਾਅਦ ਉਹਨੇ ਤੰਗ ਭਾਵੇਂ ਹੋਣਾ ਚਾਹੇ ਨਹੀਂ ਹੋਣਾ, ਭਾਵੇਂ ਛੁੱਟ ਜਾਣਾ। ਸੋ ਇਹ ਕਮਜ਼ੋਰੀ ਹੈ ਸਾਡੇ ਸਿਸਟਮ ਦੀ। ਸਾਡੀਆਂ ਕਚਹਿਰੀਆਂ ਨੂੰ ਵੀ ਦੇਖਣਾ ਚਾਹੀਦਾ, ਇੰਟਰਵੀਨ ਕਰਨਾ ਚਾਹੀਦਾ ਹੈ, ਪਰ ਇਸ ਵੇਲੇ ਨਹੀਂ ਕਰਨਗੇ। ਪੁਲਿਸ ਨੂੰ ਦਿਖਾਉਣ ਦੋ ਕੀ ਦਿਖਾਉਂਦੇ ਆ। ਲੇਕਿਨ ਔਰ ਇਹਦੇ ਨੂੰ ਬਾਕੀ ਦੀ ਦੁਨੀਆ ਵੀ ਦੇਖ ਰਹੀ ਹੈ। ਬਾਕੀ ਦੀ ਦੁਨੀਆ ਵੀ ਇਸ ਨੂੰ ਦੇਖ ਰਹੀ ਹੈ। ਤਾਂ ਹੀ ਜਦ ਅਮਰੀਕਾ ਦੀ ਜਿਹੜੀ ਨਵੀਂ ਸਰਕਾਰ ਹੈ, ਉਹਨੇ ਵੀ 1-2 ਵਾਰ ਜਦ ਉਹਦੀ ਗੱਲ ਪ੍ਰਧਾਨ ਮੰਤਰੀ ਨਾਲ ਹੋਈ ਹੈ, ਸਾਡੇ ਮਿਨਿਸਟਰ ਨਾਲ ਹੋਈ ਹੈ, ਉੱਥੋਂ ਜਿਹੜਾ ਸਟੇਟਮੈਂਟ ਆ ਰਿਹਾ ਉਹ ਫਰਕ ਹੈ। ਇੱਥੋਂ ਦਾ ਸਟੇਟਮੈਂਟ ਕੀ ਜੀ, ਵਾਰਤਾਲਾਪ ਕੀ ਹੋਇਆ, ਉਹ ਫਰਕ ਹੈ। ਅਮਰੀਕਾ ਦਾ ਰਾਸ਼ਟਰਪਤੀ ਕਹਿ ਰਿਹਾ ਜੀ ਕਿ ਪ੍ਰੋਟੈਸਟ ਕਰਨਾ ਜਾਂ ਜਲਸਾ ਕਰਨਾ, ਇਹਨੂੰ ਤੁਸੀਂ ਰੋਕ ਨਹੀਂ ਸਕਦੇ। ਇਹ ਤਾਂ ਇੱਕ ਲੋਕਤੰਤਰਿਕ ਤਰੀਕਾ ਹੈ। ਤੁਸੀਂ ਆਪਣੀ ਜਿਹੜੇ ਵਿਚਾਰਧਾਰਾ ਉਹਨੂੰ ਅੱਗੇ ਪ੍ਰਗਟ ਕਰਨਾ, ਉਹਦਾ ਇੱਕ ਤਰੀਕਾ ਹੈ। ਸੋ ਇਸ ਕਰਕੇ ਇਹ ਜਿਹੜੇ ਕਦਮ ਤੁਸੀਂ ਚੱਕੋਗੇ, ਹੁਣ ਜਿੱਥੇ ਇਹਨਾਂ ਨੂੰ ਫੋਕਸ ਕਰਨਾ ਚਾਹੀਦਾ ਉਹ ਹੈ ਕੋਵਿਡ ਵੈਕਸੀਨੇਸ਼ਨ। ਸਲੋ ਚੱਲ ਰਿਹਾ ਹਿੰਦੁਸਤਾਨ 'ਚ। ਹੁਣ ਮਹਾਰਾਸ਼ਟਰ 'ਚ ਦੁਬਾਰਾ ਕੇਸ ਵਧਣੇ ਸ਼ੁਰੂ ਹੋ ਗਏ, ਪੰਜਾਬ 'ਚ ਵੀ ਕੇਸ ਵਧੇ ਨੇ। ਜੇ ਤੁਸੀਂ ਕਿਸਾਨਾਂ ਦਾ ਮੁੱਦਾ ਨਹੀਂ ਸੋਲਵ ਕਰੋਗੇ, ਇਹਦੇ ਨਾਲ ਜਿਹੜੀ ਨਵੀਂ ਵੇਰੀਐਂਟ ਕਹਿ ਰਿਹਾ ਕੋਵਿਡ ਦੀ ਜਿਹੜੇ ਨਵੀਂ ਚੇਂਜ ਹੋ ਕੇ ਇੱਕ ਨਵੀਂ ਕੋਵਿਡ ਬਣੀ ਹੈ ਯੂਰਪ ਦੇ ਵਿੱਚ ਕਈ ਜਗ੍ਹਾ ਤੇ ਉਹ ਦੇਖਿਆ ਗਿਆ ਹੁਣ। ਹਾਂ, ਉਹ ਫੈਲ ਸਕਦੀ ਹੈ। ਉਹਦੇ ਨਾਲ ਇੱਥੇ ਦੁਬਾਰਾ ਕੋਵਿਡ ਦਾ ਪ੍ਰੋਬਲਮ ਹੋ ਸਕਦੀ ਹੈ। ਸਰਕਾਰ ਨੂੰ ਇਹ ਗੱਲਾਂ ਸੋਚਣੀਆਂ ਚਾਹੀਦੀਆਂ। ਪਤਾ ਨਹੀਂ ਇਸ ਗੱਲ ਤੇ ਅੜੇ ਕਿਉਂ ਹੋਏ ਆ, ਆਪਣੀ ਅੜੀ ਬਣਾਈ ਹੋਈ ਹੈ। ਤੁਹਾਡਾ ਜ਼ਿਆਦਾ ਸਮਾਂ ਨਹੀਂ ਲੈਣਾ ਜੀ, ਬਹੁਤ ਥੋੜੇ ਸਮੇਂ ਦੇ ਵਿੱਚ ਤੁਹਾਨੂੰ ਫਰਕ ਕਰਾਂਗੇ, ਸੁਰਖਰੂ ਕਰਾਂਗੇ। ਤੁਸੀਂ ਕਿਧਰੇ ਜਾਣਾ ਵੀ ਹੈ। ਮੈਨੂੰ ਸਿਰਫ ਇਹ ਦੱਸਦੇ ਜਾਓ ਕਿ ਇਸ ਵੇਲੇ ਜਿੱਥੇ ਹੁਣ ਸਥਿਤੀ ਆ, ਇੱਥੋਂ ਇੱਕ ਤਾਂ ਪਹਿਲੂ ਇਹ ਆ ਕਿ ਜੇ ਸਿੱਖ ਲੀਡਰਸ਼ਿਪ ਨੇ ਜੱਥੇ ਨੂੰ ਲੈ ਕੇ ਜਾਣਾ ਜਾਂ ਨਨਕਾਣਾ ਸਾਹਿਬ ਦੇ ਵਿੱਚ ਜਾ ਕੇ ਉਹ ਸ਼ਤਾਬਦੀ ਨੂੰ ਮਨਾਉਣਾ ਹੋਵੇ ਪਾਕਿਸਤਾਨ ਦੇ ਵਿੱਚ, ਤੇ ਇਹਨਾਂ ਨੂੰ ਤੁਰੰਤ ਪ੍ਰਭਾਵ ਨਾਲ ਭਾਰਤ ਸਰਕਾਰ ਨਾਲ ਕਿਸ ਪੱਧਰ ਤੇ ਕਿਵੇਂ ਦੀ ਗੱਲ ਤੁਰੰਤ ਛੇੜਨੀ ਚਾਹੀਦੀ ਹੈ। ਤੇ ਦੂਜਾ ਪੱਖ ਆ ਕਿ ਕਿਸਾਨ ਜਥੇਬੰਦੀਆਂ ਔਰ ਜਿਹੜੀ ਭਾਰਤ ਸਰਕਾਰ ਦੇ ਵਿੱਚ ਟੁੱਟੀ ਹੋਈ ਗੱਲਬਾਤ ਆ, ਇਹਨੂੰ ਮੁੜ ਕੇ ਸ਼ੁਰੂ ਕਰਨ ਲਈ ਕਿੱਥੋਂ ਸ਼ੁਰੂ ਕੀਤਾ ਜਾ ਸਕਦਾ? ਦੇਖੋ, ਦੋ ਅਲੱਗ-ਅਲੱਗ ਹੈ। ਉਹ ਜਿਹੜੀ ਕਿਸਾਨ ਵਾਲੀ ਆ ਉਹ ਤਾਂ ਹੁੰਦੀ ਰਹੇਗੀ। ਉਹ ਤਾਂ ਹੁਣ ਤਕੈਤ ਭਰਾ ਨੇ, ਦੂਜੇ ਨੇ, ਕਈ ਲੀਡਰ ਨੇ, ਔਰ ਇਹਨਾਂ ਦੀ ਕਮੇਟੀ ਹੈ। ਤਕੈਤ ਸਾਹਿਬ ਨੇ ਕਿਹਾ ਇਸੇ ਕਮੇਟੀ ਨਾਲ ਹੀ ਗੱਲ ਹੋਏਗੀ। ਸਰਕਾਰ ਨੂੰ ਪਤਾ ਕਿਹਦੇ ਨਾਲ ਗੱਲ ਕਰਨੀ ਹੈ। ਉਹ ਹਲੇ ਮੇਰੇ ਖਿਆਲ ਇੰਤਜ਼ਾਰ ਕਰਨਗੇ। ਹਰਿਆਣੇ ਦਾ ਬਜਟ ਸੈਸ਼ਨ ਹੈ, ਦੇਖਣਗੇ ਉੱਥੇ ਕੀ ਅਸਰ ਪੈਂਦਾ ਹੈ, ਹਰਿਆਣੇ 'ਚ ਕਿੰਨੇ ਕੁ ਬੰਦੇ ਖਿਸਕਦੇ ਆ ਜਾਂ ਸਰਕਾਰ ਇਹਨਾਂ ਦੀ ਕਾਇਮ ਹੈ। ਸੋ ਇਹ ਹਲੇ ਥੋੜਾ ਟਾਈਮ ਹੋਰ ਕੋਸ਼ਿਸ਼ ਕਰਨਗੇ। ਜੇ ਇਹਨਾਂ ਨੇ ਦੇਖਿਆ ਵੀ ਇਹ ਕਿਸੇ ਪਾਸੇ ਨਹੀਂ ਜਾਂਦੇ, ਤੁਸੀਂ ਕੱਲ ਨੂੰ ਫੜ ਵੀ ਲੈਂਦੇ ਹੋ, ਕੁਝ BKU ਦੇ ਲੀਡਰ ਫੜ ਲੈਂਦੇ ਹੋ, ਉਹਦੇ ਨਾਲ ਹੋਰ ਭੜਕੇਗਾ। ਉਹਦੇ ਨਾਲ ਇਹ ਹਟਣ ਤਾਂ ਲੱਗੇ ਨਹੀਂ, ਉੱਥੋਂ ਹੋਰ ਬੰਦੇ ਆ ਜਾਣਗੇ ਜਿਹੜੇ ਉੱਥੇ ਆ ਕੇ ਬਾਰਡਰ ਤੇ ਬੈਠਣਾ। ਦੂਜੀ ਗੱਲ ਹੈ, ਕਿਉਂਕਿ ਆਹ ਟਾਈਮ ਬਾਉਂਡ ਹੈ, ਇਹਦੇ 'ਚ ਇੱਕ ਸਮੇਂ ਹੈ ਜਿਹਦੇ ਬਾਅਦ ਇਹਦਾ ਕੋਈ ਮਤਲਬ ਨਹੀਂ ਰਹਿਣਾ। ਨਨਕਾਣਾ ਸਾਹਿਬ ਵਾਲਾ ਇਹ ਮੇਰੇ ਖਿਆਲ ਫਟਾਫਟ ਇਹਨਾਂ ਨੂੰ ਅਪਾਇੰਟਮੈਂਟ ਮੰਗਣੀ ਚਾਹੀਦੀ ਹੈ ਪ੍ਰਧਾਨ ਮੰਤਰੀ ਤੇ ਅਮਿਤ ਸ਼ਾਹ ਤੋਂ।
ਹੋਮ ਮਿਨਿਸਟਰ ਤੋਂ। ਦੂਜਾ, ਇਹ ਪ੍ਰੈਸ ਕਾਨਫਰੰਸ ਕਰਨ, ਉਹਦੇ ਦੱਸਣ ਦੀਆਂ ਚਿੱਠੀਆਂ ਇਹਨਾਂ ਨੂੰ ਪਾਈਆਂ ਸੀ। ਜਿਵੇਂ ਮੈਂ ਕਿਹਾ, 2 ਮੁੱਦੇ ਜਿਹੜੇ ਸਰਕਾਰ ਨੇ ਚੱਕੇ ਨੇ, ਉਹ ਮੁੱਦਿਆਂ ਦਾ ਜਵਾਬ ਦਿਓ। ਜਜ਼ਬਾਜ਼ੀ ਹੋਣਾ ਤਾਂ ਮੁੱਦਿਆਂ ਦਾ ਜਵਾਬ ਨਹੀਂ ਹੈ। ਜਜ਼ਬਾਜ਼ੀ ਹੋਣਾ ਲਾਜ਼ਮ ਹੈ ਕਿ ਸਿੱਖਾਂ ਦੇ ਦਿਲ 'ਚ ਇਸ 'ਚ ਰੋਸ਼ ਹੋਊਗਾ, ਲੇਕਿਨ ਜਦ ਤੁਸੀਂ ਕਿਸੇ ਚੀਜ਼ ਦਾ ਜਵਾਬ ਦੇਣਾ, ਜਿਹੜੇ ਮੁੱਦੇ ਉਹਨਾਂ ਨੇ ਚੱਕਿਆ ਉਹਦਾ ਜਵਾਬ ਦਿਓ ਪਹਿਲਾਂ, ਫਿਰ ਕਹੋ ਜੀ ਅਸੀਂ ਮਿਲ ਕੇ ਤੁਹਾਨੂੰ ਸਮਝਾਉਣਾ ਹੈ, ਇਹਦਾ ਕੀ ਅਰਥ ਹੈ, ਕੀ ਮਤਲਬ ਹੈ, ਸਾਡੇ ਲਈ ਇਹਦੀ ਕੀ ਮਹੱਤਵ, ਇਹਦੀ ਜ਼ਰੂਰਤ ਕੀ ਹੈ ਸਾਨੂੰ ਉੱਥੇ ਜਾਣ ਦੀ। ਜੇ ਉਹ ਟਾਈਮ ਨਹੀਂ ਦਿੰਦੇ ਫਿਰ ਦੇਖਿਆ ਜਾਊਗਾ ਉਹਦੇ ਬਾਅਦ ਉਹ ਕੀ ਕਰ ਸਕਦੇ ਹੋ ਤੁਸੀਂ। ਜੀ ਸਰਦਾਰ ਸਾਹਿਬ, ਬਹੁਤ ਮਿਹਰਬਾਨੀ, ਤੁਸੀਂ ਸਮਾਂ ਕੱਢਿਆ, ਬਹੁਤ ਧੰਨਵਾਦ। ਮਿਹਰਬਾਨੀ ਜੀ।